ਮੇਰੀ ਜਠਾਣੀ ਹਰ ਰਾਤ ਸੋਹਰਾ ਜੀ ਦੇ ਮਾਲਿਸ਼ ਕਰਨ ਚਲੀ ਜਾਂਦੀ ਤੇ ਮੈਂ ਬਾਹਰ ਤੋਂ ਸੁਣਦੀ ਤਾਂ ਜਠਾਣੀ ਦੇ ਰੋਣ ਦੀ ਆਵਾਜ਼ ਆਉਂਦੀ। ਇੱਕ ਦਿਨ ਮੈਂ ਜਠਾਣੀ ਜੀ ਤੋਂ ਪੁੱਛਿਆ ਤਾਂ ਉਹਦਾ ਰੰਗ ਉੱਡ ਗਿਆ। ਮੈਨੂੰ ਕਹਿਣ ਲੱਗੀ, ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਤੇ ਅੱਜ ਰਾਤ ਨੂੰ ਮੇਰੀ ਜਗ੍ਹਾ ਤੇ ਤੂੰ ਮਾਲਿਸ਼ ਕਰਨ ਜਾਈਂ। ਜਦੋਂ ਮੈਂ ਸੋਹਰਾ ਜੀ ਦੇ ਕਮਰੇ 'ਚ ਗਈ ਤਾਂ ਸੋਹਰਾ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਜਿਵੇਂ ਹੀ ਬਲਬ ਬੰਦ ਕੀਤਾ ਮੇਰੇ ਜਿਸਮ 'ਚੋਂ ਤਾਂ ਜਾਨ ਨਿਕਲ ਗਈ। ਮੇਰਾ ਨਾਮ ਪਰਮਜੀਤ ਹੈ। ਮੈਂ ਇਸ ਦੁਨੀਆ ਦੇ ਸਭ ਤੋਂ ਅਲੱਗ ਖਾਨਦਾਨ 'ਚ ਵਿਆਹ ਕੇ ਚਲੀ ਗਈ ਸੀ। ਜੀ ਹਾਂ, ਇਹ ਕਹਿਣਾ ਗਲਤ ਨਹੀਂ ਸੀ ਕਿਉਂਕਿ ਉੱਥੇ ਕੰਮ ਹੀ ਅਜਿਹੇ ਹੁੰਦੇ ਸੀ ਜਿਹੜੇ ਸਮਝ 'ਚੋਂ ਬਾਹਰ ਸੀ। ਮੇਰੇ ਸਹੁਰੇ ਘਰ ਵਿੱਚ ਇੱਕ ਜਠਾਣੀ ਸੀ ਤੇ ਇੱਕ ਸਹੁਰਾ ਹੀ ਸੀ। ਜੇਠ ਬਾਹਰ ਸ਼ਹਿਰ 'ਚ ਹੁੰਦਾ ਸੀ। ਉਹਨੂੰ ਮੈਂ ਵਿਆਹ 'ਚ ਵੀ ਨਹੀਂ ਦੇਖਿਆ, ਉਹ ਆਇਆ ਹੀ ਨਹੀਂ। ਮੇਰਾ ਪਤੀ ਦਾ ਨਾਮ ਹੈਰੀ ਸੀ। ਅਸਲ 'ਚ ਸਾਡੀ ਲਵ ਮੈਰਿਜ ਸੀ ਤੇ ਮੇਰੇ ਘਰ ਦੇ ਇਸ ਵਿਆਹ ਤੋਂ ਰਾਜੀ ਨਹੀਂ ਸੀ ਕਿਉਂਕਿ ਮੇਰਾ ਪਤੀ ਬਹੁਤ ਕਮਜ਼ੋਰ ਤੇ ਬਿਮਾਰ ਨਜ਼ਰ ਆਉਂਦਾ ਸੀ। ਮੇਰੇ ਪਾਪਾ ਨੂੰ ਪੂਰਾ ਯਕੀਨ ਸੀ ਕਿ ਇਹ ਨਸ਼ੇ ਕਰਦਾ ਹੈ, ਪਰ ਅਜਿਹਾ ਨਹੀਂ ਸੀ। ਮੈਂ ਚਾਹੁੰਦੀ ਸੀ ਕਿ ਸਾਡਾ ਵਿਆਹ ਪੂਰਾ ਇੱਜ਼ਤ ਤੇ ਮਾਣ ਨਾਲ ਕੀਤਾ ਜਾਵੇ, ਪਰ ਇਹ ਨਹੀਂ ਹੋਇਆ ਤੇ ਗੱਲ ਵੱਧ ਗਈ। ਮੇਰੇ ਘਰ ਵਾਲਿਆਂ ਨੇ ਮੇਰੇ ਪਤੀ ਨੂੰ ਕਿਹਾ ਕਿ ਤੇਰੇ ਕੋਲ 3 ਦਿਨ ਨੇ, ਇਸ ਨੂੰ ਵਿਆਹ ਕੇ ਲੈ ਜਾ, ਨਹੀਂ ਚੌਥੇ ਦਿਨ ਅਸੀਂ ਇਸ ਦਾ ਵਿਆਹ ਰਵੀ ਨਾਲ ਕਰ ਦਾਂਗੇ। ਮੇਰੇ ਪਤੀ ਨੇ ਬਹੁਤ ਹੱਥ ਪੈਰ ਮਾਰੇ, ਦੋਸਤਾਂ ਦੀ ਮਦਦ ਲਈ ਤੇ ਵਿਆਹ ਕਰ ਲਿਆ। ਪਾਪਾ ਨੇ ਕਿਹਾ ਕਿ ਤੇਰੇ ਲਈ ਅੱਜ ਤੋਂ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਨੇ। ਮੈਂ ਹੈਰਾਨ ਤਾਂ ਉਸ ਵੇਲੇ ਹੋਈ ਜਦੋਂ ਹੈਰੀ ਦੇ ਪਾਪਾ ਵੀ ਵਿਆਹ 'ਚ ਖੁਸ਼ੀ ਆਏ। ਉਹ ਬਿਲਕੁਲ ਵੀ ਨਾਰਾਜ਼ ਨਹੀਂ ਸੀ। ਕਹਿੰਦੇ ਸੀ ਕਿ ਪਿਆਰ ਕਰਨਾ ਗੁਨਾਹ ਨਹੀਂ। ਮੇਰੇ ਵਿਆਹ 'ਚ ਹੀ ਮੈਂ ਆਪਣੀ ਜਠਾਣੀ ਨੂੰ ਮਿਲੀ। ਉਹਨੇ ਮੈਨੂੰ ਹੌਸਲਾ ਦਿੱਤਾ ਕਿ ਸਭ ਠੀਕ ਹੋ ਜਾਓ। ਹੁਣ ਮੇਰੇ ਪਤੀ ਦਿਨ ਰਾਤ ਮਿਹਨਤ ਕਰਨ ਲੱਗੇ ਕਿਉਂਕਿ ਹੁਣ ਸਾਨੂੰ ਪੈਸਿਆਂ ਦੀ ਲੋੜ ਸੀ। ਉਹ ਸਵੇਰੇ ਜਾਂਦੇ ਤੇ ਰਾਤ ਨੂੰ ਵਾਪਸ ਆਉਂਦੇ। ਘਰ 'ਚ ਮੈਂ ਤੇ ਮੇਰੀ ਜਠਾਣੀ ਹੀ ਸੀ। ਇੱਕ ਦਿਨ ਬਹੁਤ ਹੀ ਅਜੀਬ ਵੇਖਿਆ। ਰਾਤ ਹੁੰਦੇ ਹੀ ਮੇਰੀ ਜਠਾਣੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਸੋਹਰਾ ਜੀ ਦੇ ਕਮਰੇ 'ਚ ਜਾ ਰਹੀ ਸੀ। ਉਹਦੇ ਹੱਥ ਵਿੱਚ ਤੇਲ ਦੀ ਕੋਲੀ ਸੀ। ਮੈਂ ਇਹ ਵੇਖ ਕੇ ਬੜੀ ਹੈਰਾਨ ਹੋਈ। ਉਹ ਅੰਦਰ ਗਈ ਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਹੈਰਾਨ ਹੋ ਗਈ ਕਿ ਇਸ ਵਕਤ ਉਹਦਾ ਅੰਦਰ ਕੀ ਕੰਮ ਸੀ ਤੇ ਇਹ ਤੇਲ ਲੈ ਕੇ ਅੰਦਰ ਕਿਉਂ ਗਈ ਹੈ। ਕੁਝ ਟਾਈਮ ਮੈਂ ਉੱਥੇ ਹੀ ਖੜੀ ਕਿ ਸ਼ਾਇਦ ਤੇਲ ਦੇਣ ਗਈ ਹੋਣੀ ਹੈ ਤੇ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੋਣਾ। ਉਹ ਹੁਣੇ ਹੀ ਵਾਪਸ ਆ ਜਾਊ, ਪਰ ਉਹ ਵਾਪਸ ਨਾ ਆਈ। 15 ਤੋਂ 20 ਮਿੰਟ ਲੰਘੇ ਪਰ ਹਲੇ ਤੱਕ ਵਾਪਸ ਕਿਉਂ ਨਹੀਂ ਆਈ। ਕੁਝ ਟਾਈਮ ਬਾਅਦ ਮੇਰਾ ਪਤੀ ਆ ਗਿਆ ਤੇ ਫਿਰ ਅਸੀਂ ਇਕੱਠੇ ਬੈਠ ਕੇ ਰੋਟੀ ਖਾਧੀ। ਉਹਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਮੈਂ ਚਾਹ ਬਣਾਈ ਤੇ ਰਸੋਈ ਵਿੱਚ ਗਈ ਤਾਂ ਉਦੋਂ ਵੀ ਮੈਂ ਵੇਖਿਆ ਤਾਂ ਜਠਾਣੀ ਕਮਰੇ 'ਚ ਸੀ ਤੇ ਸਹੁਰੇ ਦੇ ਕਮਰੇ ਦਾ ਬਲਬ ਵੀ ਬੰਦ ਸੀ। ਇਹਦਾ ਮਤਲਬ ਉਹ ਸੋ ਚੁੱਕੇ ਸੀ। ਫਿਰ ਮੈਂ ਚਾਹ ਬਣਾ ਕੇ ਵਾਪਸ ਆਈ ਤਾਂ ਉਦੋਂ ਵੀ ਇਹ ਸਿਲਸਿਲਾ ਜਾਰੀ ਸੀ। ਖੈਰ, ਮੈਂ ਚੌਕੀਦਾਰ ਬਣ ਕੇ ਬੈਠ ਨਹੀਂ ਸਕਦੀ ਸੀ ਤੇ ਕੁਝ ਕਰ ਵੀ ਨਹੀਂ ਸਕਦੀ ਸੀ। ਮੈਂ ਆਪਣੇ ਕਮਰੇ 'ਚ ਆ ਗਈ। ਸਵੇਰੇ ਮੈਂ ਜਠਾਣੀ ਤੋਂ ਪੁੱਛਣਾ ਚਾਹਿਆ ਪਰ ਮੇਰੀ ਹਿੰਮਤ ਨਹੀਂ ਹੋ ਰਹੀ ਸੀ। ਅਗਲੇ ਦਿਨ ਤੋਂ ਫਿਰ ਹੀ ਉਵੇਂ ਹੋਣ ਲੱਗਿਆ। ਉਹ ਫਿਰ ਰਾਤ ਹੁੰਦੇ ਹੀ ਸਾਰੇ ਕੰਮ ਖਤਮ ਕਰਕੇ ਕਾਫੀ ਕਾਹਲੀ ਨਜ਼ਰ ਆ ਰਹੀ ਸੀ। ਜਦੋਂ ਉਹਨੂੰ ਲੱਗਿਆ ਕਿ ਸਾਰੇ ਸੋ ਗਏ ਤਾਂ ਉਹ ਤੇਲ ਲੈ ਕੇ ਮੇਰੇ ਸਹੁਰੇ ਦੇ ਕਮਰੇ 'ਚ ਚਲੀ ਗਈ। ਮੈਂ ਦੇਰ ਰਾਤ ਤੱਕ ਜਾਗਦੀ ਸੀ ਕਿਉਂਕਿ ਮੇਰੇ ਪਤੀ ਲੇਟ ਘਰ ਆਉਂਦੇ ਸੀ ਤਾਂ ਦਰਵਾਜ਼ਾ ਬੰਦ ਹੋਣ ਵਾਲੀ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ। ਮੈਂ ਹੌਲੀ ਜਾਂਦੀ ਹੋਈ ਕਮਰੇ ਕੋਲ ਗਈ। ਮੇਰੇ ਕਦਮ ਬਹੁਤ ਹੀ ਹੌਲੀ ਅੱਗੇ ਵਧ ਰਹੇ ਸੀ ਤੇ ਕੰਨ ਜ਼ਰੂਰਤ ਤੋਂ ਜ਼ਿਆਦਾ ਹੀ ਖੁੱਲੇ ਹੋਏ ਸੀ। ਛੋਟੇ-ਮੋਟੇ ਰੋਲੇ ਰੱਪੇ ਦੀ ਵੀ ਆਵਾਜ਼ ਤੇ ਮੇਰੀਆਂ ਅੱਖਾਂ ਇੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੰਦੀਆਂ। ਪਰ ਫਿਰ ਮੇਰੇ ਕੰਨਾਂ ਨੇ ਅਜਿਹੀ ਆਵਾਜ਼ ਸੁਣੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਕਮਰੇ 'ਚੋਂ ਮੇਰੀ ਜਠਾਣੀ ਦੀ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਆਪਣੇ ਕੰਨਾਂ ਤੇ ਹੱਥ ਲਾ ਲਿਆ। ਮੈਂ ਪੂਰੀ ਤਰ੍ਹਾਂ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਪਹਿਲਾਂ ਲੱਗਿਆ ਮੈਨੂੰ ਵਹਿਮ ਹੋਇਆ ਹੈ, ਪਰ ਮੈਂ ਫਿਰ ਇਹ ਆਵਾਜ਼ ਸੁਣੀ। ਹੁਣ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਸੀ ਕਿ ਜੋ ਕੁਝ ਵੀ ਹੋ ਰਿਹਾ ਮੈਂ ਦਰਵਾਜ਼ੇ ਤੇ ਰਾਖੀ ਕਰਨ ਲੱਗੀ। ਇੰਨੇ 'ਚ ਬਲਬ ਚੱਲ ਪਿਆ ਤੇ ਮੈਂ ਡਰ ਗਈ। ਮੈਨੂੰ ਲੱਗਿਆ ਕੋਈ ਬਾਹਰ ਆ ਗਿਆ। ਮੈਂ ਵਾਪਸ ਆਪਣੇ ਕਮਰੇ 'ਚ ਚਲੀ ਗਈ। ਮੈਂ ਸੋਚਿਆ ਆਪਣੇ ਪਤੀ ਨਾਲ ਗੱਲ ਕਰੂੰ, ਪਰ ਮੈਂ ਉਹਨੂੰ ਇਹ ਸਭ ਨਹੀਂ ਦੱਸਿਆ। ਅਗਲੇ ਦਿਨ ਮੈਂ ਆਪਣੀ ਜਠਾਣੀ ਨਾਲ ਹੀ ਗੱਲ ਕਰਨ ਦੇ ਬਾਰੇ ਸੋਚਿਆ। ਉਹ ਮੇਰੇ ਸਾਹਮਣੇ ਬੈਠੀ ਸਬਜ਼ੀ ਕੱਟ ਰਹੀ ਸੀ ਤੇ ਮੈਂ ਬਰਤਨ ਸਾਫ਼ ਕਰ ਰਹੀ ਸੀ। ਮੈਂ ਕਿਹਾ ਕਿ ਤੂੰ ਰਾਤ ਨੂੰ ਸਹੁਰੇ ਦੇ ਕਮਰੇ 'ਚ ਕੀ ਕਰਨ ਗਈ ਸੀ? ਤੇਰੇ ਹੱਥ 'ਚ ਤੇਲ ਸੀ ਤੇ ਤੂੰ ਦਰਵਾਜ਼ਾ ਬੰਦ ਕਰਤਾ। ਮੇਰੀ ਜਠਾਣੀ ਹੈਰਾਨ ਰਹਿ ਗਈ।
ਉਹਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਸੁਣਨ ਦੀ ਉਮੀਦ ਨਹੀਂ ਸੀ। ਉਹ ਕਹਿਣ ਲੱਗੀ, ਉਹਨਾਂ ਦੇ ਪੈਰਾਂ 'ਚ ਦਰਦ ਸੀ ਤਾਂ ਮੈਂ ਤੇਲ ਲਾਉਣ ਗਈ ਸੀ। ਮੈਂ ਕਿਹਾ, ਚਲੋ ਮੰਨ ਲਿਆ ਕਿ ਤੁਸੀਂ ਤੇਲ ਲਾਉਣ ਗਏ ਸੀ, ਪਰ ਦਰਵਾਜ਼ਾ ਬੰਦ ਕਰਨ ਦੀ ਕੀ ਲੋੜ ਸੀ ਤੇ ਤੂੰ ਅੰਦਰ ਜਾ ਕੇ ਬੈਠ ਗਈ। ਮੈਂ 2-3 ਚੱਕਰ ਕੱਢ ਗਈ ਤਾਂ ਮੈਂ ਵੇਖਿਆ ਤੂੰ ਕਮਰੇ 'ਚ ਨਹੀਂ ਸੀ। ਮੇਰੀ ਜਠਾਣੀ ਨੇ ਮੈਨੂੰ ਝੂਠ ਬੋਲ ਦਿੱਤਾ ਕਿ ਮੈਂ ਕਮਰੇ 'ਚ ਨਹੀਂ ਸੀ, ਬਾਥਰੂਮ 'ਚ ਸੀ, ਇਸ ਲਈ ਮੈਂ ਤੈਨੂੰ ਨਜ਼ਰ ਨਹੀਂ ਆਈ। ਮੇਰੀ ਤਬੀਅਤ ਥੋੜੀ ਖਰਾਬ ਸੀ। ਉਹ ਆਪਣੇ ਕੰਮ 'ਚ ਫੇਰ ਲੱਗ ਗਈ। ਮੈਂ ਕਿਹਾ, ਕੀ ਹੋਇਆ ਸੀ ਤੇਰੀ ਤਬੀਅਤ ਨੂੰ? ਤਾਂ ਉਹ ਗੱਲ ਟਾਲਦੇ ਬੋਲੀ, ਕਿਉਂ ਤੂੰ ਛੋਟੀ ਜਿਹੀ ਗੱਲ ਨੂੰ ਵਧਾਈ ਜਾਨੀ ਹੈ? ਛੱਡ ਇਹਨਾਂ ਗੱਲਾਂ ਨੂੰ, ਅੱਜ ਬਹੁਤ ਜ਼ਿਆਦਾ ਗਰਮੀ ਹੈ ਤੇ ਇੱਕ ਤੂੰ ਆ ਇੰਨੇ ਸਾਰੇ ਸਵਾਲ ਪੁੱਛੀ ਜਾਨੀ ਹੈ। ਉਹਨੇ ਸਾਰੀਆਂ ਗੱਲਾਂ ਹੀ ਟਾਲ ਦਿੱਤੀਆਂ। ਮੈਂ ਅੰਦਾਜ਼ਾ ਲਾਉਣਾ ਸੀ, ਲਾ ਲਿਆ। ਮੇਰੀ ਇੱਕ ਬਹੁਤ ਨੇੜੇ ਦੀ ਦੋਸਤ ਸੀ। ਜਦੋਂ ਮੈਂ ਉਹਨੂੰ ਇਹ ਸਭ ਦੱਸਿਆ ਤਾਂ ਉਹ ਇਹ ਗੱਲ ਸੁਣ ਕੇ ਚੌਂਕ ਉੱਠੀ ਤੇ ਆਪਣੇ ਕੰਨਾਂ ਨੂੰ ਹੱਥ ਲਾ ਕੇ ਬੋਲੀ ਕਿ ਤੂੰ ਪਾਗਲ ਤੇ ਨਹੀਂ? ਕੀ ਪਤਾ ਉੱਥੇ ਕੀ ਹੋ ਰਿਹਾ ਹੋ, ਤੈਨੂੰ ਪਤਾ ਕਰਨਾ ਚਾਹੀਦਾ ਹੈ। ਮੇਰੀ ਜਠਾਣੀ ਵੀ ਬੜੀ ਅਜੀਬ ਔਰਤ ਸੀ। ਚੁੱਪਚਾਪ ਰਹਿੰਦੀ ਤੇ ਖੁੱਲੇ ਕੱਪੜੇ ਪਾਉਂਦੀ ਸੀ। ਉਂਝ ਕਹਿੰਦੀ ਸੀ, ਮੈਨੂੰ ਬਹੁਤ ਗਰਮੀ ਲੱਗਦੀ ਹੈ। ਇੱਕ ਪਾਸੇ ਉਹ ਇੰਨੇ ਲੰਬੇ ਤੇ ਮੋਟੇ ਕੱਪੜੇ ਪਾਉਂਦੀ ਸੀ। ਉਦੋਂ ਉਹਨੂੰ ਗਰਮੀ ਨਹੀਂ ਲੱਗਦੀ ਸੀ। ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਸੀ। ਇੱਕ ਦਿਨ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਸੀ। ਮੈਂ ਉਹਨਾਂ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਗੱਲਾਂ-ਗੱਲਾਂ 'ਚ ਮੈਨੂੰ ਕਿਹਾ ਕਿ ਵਿਆਹ ਤੋਂ ਪਹਿਲਾਂ ਤੇਰਾ ਪਤੀ ਬਾਹਰ ਦੇਸ਼ ਵਿਦੇਸ਼ 'ਚ ਜਾਣਾ ਚਾਹੁੰਦਾ ਸੀ, ਪਰ ਉਹਦੇ ਪਿਓ ਨੇ ਜਾਣ ਨਹੀਂ ਦਿੱਤਾ। ਮੈਂ ਕਿਹਾ, ਮੇਰਾ ਪਤੀ ਬਾਹਰ ਨਾ ਜਾਵੇ ਤਾਂ ਵਧੀਆ, ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਤੇਰੀ ਜਠਾਣੀ ਦਾ ਵੀ ਪਤੀ ਬਾਹਰ ਹੁੰਦਾ, ਵਿਚਾਰੀ ਕਿੰਨੀ ਉਦਾਸ ਹੁੰਦੀ ਹੈ। ਮੈਂ ਕਿਹਾ, ਨਹੀਂ, ਉਦਾਸ ਤਾਂ ਨਹੀਂ ਹੁੰਦੀ, ਬਿਲਕੁਲ ਨੋਰਮਲ ਰਹਿੰਦੀ ਹੈ, ਤਿਆਰ ਵੀ ਹੁੰਦੀ ਹੈ, ਹੱਥਾਂ 'ਚ ਚੂੜੀਆਂ ਵੀ ਪਾਉਂਦੀ ਹੈ। ਤਾਂ ਉਹ ਕਹਿਣ ਲੱਗੇ, ਨਹੀਂ, ਅਜਿਹਾ ਨਹੀਂ ਹੈ, ਉਹ ਤਾਂ ਬੜੀ ਉਦਾਸ ਰਹਿੰਦੀ ਹੈ। ਵੈਸੇ ਹੈ ਬਹੁਤ ਸੋਹਣੀ। ਮੈਂ ਵੀ ਕਿਹਾ, ਉਹ ਹੈ ਤਾਂ ਬਹੁਤ ਸੋਹਣੀ ਆ। ਜਦੋਂ ਪਤੀ ਕੋਲ ਨਾ ਹੋਵੇ ਤਾਂ ਇਨਸਾਨ ਤਿਆਰ ਹੋ ਕੇ ਕਿਸ ਨੂੰ ਦਿਖਾਓ, ਪਰ ਉਹਦਾ ਦਿਲ ਕਰਦਾ ਹੋ ਤਿਆਰ ਹੋਣ ਨੂੰ ਕਿ ਉਹ ਤਿਆਰ ਹੋਣਾ ਚਾਹੁੰਦੀ ਹੋਵੇ। ਇਹ ਚੰਗੀ ਗੱਲ ਹੈ। ਇਨਸਾਨ ਨੂੰ ਆਪਣੇ ਲਈ ਵੀ ਤਿਆਰ ਹੋਣਾ ਚਾਹੀਦਾ ਹੈ। ਸਿਰਫ ਪਤੀ ਦੇ ਲਈ ਹੀ ਕਿਉਂ ਤਿਆਰ ਹੋਵੇ? ਔਰਤ ਉਹ ਆਪਣੇ ਲਈ ਵੀ ਤਿਆਰ ਹੋ ਸਕਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਖੂਬਸੂਰਤ ਦੇਖੇ ਤੇ ਉਹਨੂੰ ਖੁਸ਼ੀ ਮਿਲ ਸਕੇ। ਮੇਰੀ ਜਠਾਣੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਸਦਾ ਪਤੀ ਬਾਹਰ ਹੈ। ਨਾ ਉਸ ਘਰ 'ਚ ਕੋਈ ਜੇਠ ਦੀ ਗੱਲ ਹੁੰਦੀ ਸੀ, ਨਾ ਹੀ ਕੋਈ ਉਸਦਾ ਨਾਮ ਲੈਂਦਾ ਸੀ, ਨਾ ਮੈਂ ਉਹਦੀ ਕੋਈ ਫੋਟੋ ਵੇਖੀ। ਜਠਾਣੀ ਨੂੰ ਵੀ ਮੈਂ ਕਦੇ ਫੋਨ ਤੇ ਗੱਲ ਕਰਦੇ ਹੋਏ ਨਹੀਂ ਵੇਖਿਆ ਸੀ। ਜੇ ਪਤੀ ਬਾਹਰ ਸੀ ਤਾਂ ਫੋਨ ਤਾਂ ਕਰਦੇ ਹੀ ਹੋਵੇਗਾ। ਤੇ ਇੱਥੋਂ ਤੱਕ ਮੇਰਾ ਸਹੁਰਾ ਜੀ ਵੀ ਨਹੀਂ ਕਹਿੰਦੇ ਸੀ ਕਿ ਮੇਰਾ ਮੁੰਡਾ ਬਾਹਰ ਹੈ। ਇੱਕ ਵਾਰ ਅਸੀਂ ਰੋਟੀ ਖਾ ਰਹੇ ਸੀ ਤਾਂ ਮੇਰੇ ਸਹੁਰੇ ਨੇ ਕਿਹਾ, ਰੱਬ ਨੇ ਇੱਕ ਹੀ ਮੁੰਡਾ ਦਿੱਤਾ ਹੈ। ਤਾਂ ਮੈਂ ਕਿਹਾ ਕਿ ਪਾਪਾ, ਤੁਹਾਡਾ ਇੱਕ ਹੋਰ ਮੁੰਡਾ ਵੀ ਤਾਂ ਹੈ। ਉਹਨੇ ਕਿਹਾ, ਗਲਤੀ ਹੋ ਗਈ ਮੇਰੇ ਤੋਂ। ਇੱਕ ਪਿਓ ਆਪਣੀ ਔਲਾਦ ਨੂੰ ਥੋੜੀ ਭੁੱਲ ਸਕਦਾ ਹੈ। ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਅਸੀਂ ਸਾਰੇ ਹੈਰਾਨ ਹੋਏ ਕਿ ਉਹ ਕਿਵੇਂ ਭੁੱਲ ਗਏ। ਮੇਰੇ ਪਤੀ ਨੇ ਅਜੀਬ ਜਿਹਾ ਮੂੰਹ ਬਣਾ ਲਿਆ ਤੇ ਜਠਾਣੀ ਵੀ ਇੱਧਰ ਉੱਧਰ ਵੇਖਣ ਲੱਗੀ। ਐਵੇਂ ਲੱਗਿਆ ਜਿਵੇਂ ਇਹ ਤਿੰਨੇ ਮੇਰੇ ਤੋਂ ਕੋਈ ਗੱਲ ਲੁਕੋ ਰਹੇ ਨੇ। ਜਠਾਣੀ ਦਾ ਸਹੁਰੇ ਦੇ ਕਮਰੇ 'ਚ ਜਾਣਾ ਪਹਿਲਾਂ ਵਾਲਾ ਹੀ ਰੂਟੀਨ ਸੀ ਤੇ ਮੈਂ ਫਿਰ ਉਹਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਸਹੁਰੇ ਦੀਆਂ ਲੱਤਾਂ 'ਚ ਦਰਦ ਆ। ਜਦੋਂ ਤੱਕ ਉਹਨਾਂ ਦੀਆਂ ਲੱਤਾਂ ਨਾ ਨੱਪਾਂ ਉਦੋਂ ਤੱਕ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਮੈਂ ਇਹ ਸੋਚ ਰਹੀ ਸੀ ਕਿ ਜਦੋਂ ਉਹ ਸੋ ਜਾਂਦੇ ਨੇ ਤਾਂ ਉਦੋਂ ਇਹ ਬਾਹਰ ਕਿਉਂ ਨਹੀਂ ਆਉਂਦੀ? ਕਮਰੇ ਦੇ ਅੰਦਰ ਕੀ ਕਰਦੀ ਹੈ? ਸਾਰੀ ਰਾਤ ਲੱਤਾਂ ਹੀ ਨੱਪਦੀ ਰਹਿੰਦੀ ਹੈ। ਇਹ ਨੂੰ ਆਪਣੇ ਖਾਨਦਾਨ 'ਚੋਂ ਨਹੀਂ ਲਿਆਂਦੀ ਗਈ ਸੀ, ਇਹ ਖਾਨਦਾਨ 'ਚੋਂ ਬਾਹਰ ਵਾਲੀ ਕੁੜੀ ਸੀ। ਫਿਰ ਇਹ ਕਿੰਨੀ ਅਜੀਬ ਗੱਲ ਸੀ। ਸਹੁਰੇ ਦੇ ਕਮਰੇ 'ਚ ਚਲੀ ਜਾਂਦੀ, ਉਹਨਾਂ ਦੇ ਲੱਤਾਂ ਦੀ ਮਾਲਿਸ਼ ਕਰਦੀ ਤੇ ਫਿਰ ਉੱਥੇ ਹੀ ਸੋ ਜਾਂਦੀ ਸੀ। ਤੇ ਉਹ ਆਵਾਜ਼ਾਂ ਉਹਨਾਂ ਦੇ ਬਾਰੇ ਮੈਂ ਸੋਚ ਕੇ ਤਾਂ ਮੇਰਾ ਦਿਮਾਗ ਖਰਾਬ ਹੋ ਜਾਂਦਾ ਸੀ, ਜੋ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਸੀ। ਉਹ ਘਰ 'ਚ ਹੋ ਰਿਹਾ ਸੀ। ਇੱਕ ਦਿਨ ਤਾਂ ਕੁਛ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਜਠਾਣੀ ਨੂੰ ਕੱਪੜੇ ਬਦਲਦੀ ਨੂੰ ਵੇਖ ਲਿਆ। ਉਹ ਮੈਨੂੰ ਵੇਖ ਕੇ ਬਹੁਤ ਬੁਰੀ ਤਰ੍ਹਾਂ ਡਰ ਗਈ, ਪਰ ਉਹਦੇ ਤੋਂ ਜ਼ਿਆਦਾ ਮੈਂ ਡਰ ਗਈ। ਮੈਂ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਉਸਦੀ ਜ਼ਬਾਨ ਉਸਦਾ ਸਾਥ ਨਹੀਂ ਦੇ ਰਹੀ ਸੀ। ਉਹ ਪਹਿਲਾਂ ਹੀ ਡਰੀ ਹੋਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ ਬੋਲੀ ਕਿ ਸਾਡੇ ਖਾਨਦਾਨ 'ਚ ਇਹ ਸਭ ਨਹੀਂ ਦੱਸਿਆ ਜਾਂਦਾ। ਜਦੋਂ ਤੱਕ 7 ਮਹੀਨੇ ਨਹੀਂ ਹੁੰਦੇ ਉਦੋਂ ਤੱਕ ਇਹ ਸਭ ਕਿਸੇ ਨੂੰ ਨਹੀਂ ਦੱਸਿਆ ਜਾਂਦਾ। ਕਹਿੰਦੇ ਨੇ ਨਜ਼ਰ ਲੱਗ ਜਾਂਦੀ ਹੈ ਤੇ ਚੰਗੀ ਗੱਲ ਵੀ ਨਹੀਂ ਹੁੰਦੀ। ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਂ ਕਿਹਾ,
ਕਦੇ ਮੇਰੇ ਪਤੀ ਨੇ ਵੀ ਨਹੀਂ ਦੱਸਿਆ ਤੇ ਨਾ ਹੀ ਕਦੇ ਮੇਰੇ ਸਹੁਰੇ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਲੋਕਾਂ ਨੂੰ ਵੀ ਨਹੀਂ ਪਤਾ। ਮੇਰੀ ਜਠਾਣੀ ਨੂੰ ਕੋਈ ਗੱਲ ਦੀ ਓੜ ਨਹੀਂ ਸੀ। ਉਹਨੇ ਕਿਹਾ ਪਤਾ ਹੈ ਪਰ ਉਹਨਾਂ ਨੂੰ ਯਾਦ ਨਹੀਂ। ਮੈਂ ਕਿਹਾ ਇਹ ਕੀ ਗੱਲ ਹੋਈ, ਕੋਈ ਇੰਨੀ ਵੱਡੀ ਗੱਲ ਕਿਵੇਂ ਭੁੱਲ ਸਕਦਾ ਹੈ। ਮੈਨੂੰ ਵੀ ਨਹੀਂ ਪਤਾ ਲੱਗਿਆ ਕਿਉਂਕਿ ਉਹ ਖੁੱਲੇ ਕੱਪੜੇ ਪਾਉਂਦੀ ਸੀ, ਪਰ ਹੁਣ ਉਹਨੂੰ ਵੇਖ ਕੇ ਲੱਗਦਾ ਸੀ ਕਿ ਉਹਨੂੰ 7ਵਾਂ ਮਹੀਨਾ ਚੱਲ ਰਿਹਾ ਹੈ, ਪਰ ਫਿਰ ਵੀ ਘਰ 'ਚ ਕੋਈ ਉਹਦਾ ਨਾਮ ਨਹੀਂ ਲੈਂਦਾ ਸੀ। ਪਤਾ ਨਹੀਂ ਉਹਨਾਂ ਦੀ ਉਹਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕੋਈ ਉਹਨਾਂ ਨੂੰ ਪਸੰਦ ਨਹੀਂ ਕਰਦਾ ਸੀ। ਇਸ ਘਰ 'ਚ ਰਹਿੰਦੀ ਨੂੰ ਮੈਨੂੰ 2 ਮਹੀਨੇ ਹੋ ਗਏ ਸੀ। ਉਸਦਾ ਪਤੀ ਵੀ ਉਹਨਾਂ ਲਈ ਕੁਝ ਵੀ ਨਹੀਂ ਭੇਜਦਾ ਸੀ, ਨਾ ਕੋਈ ਪੈਸੇ ਆਏ ਨਾ ਕੋਈ ਪਾਰਸਲ। ਫਿਰ ਮੈਂ ਸੋਚਿਆ ਇੱਕ ਮੇਰੀ ਜਠਾਣੀ ਦੀ ਇਹ ਹਾਲਤ ਆ, ਉੱਤੋਂ ਮੇਰਾ ਸਹੁਰਾ ਫਿਰ ਵੀ ਉਸ ਤੋਂ ਆਪਣੀਆਂ ਲੱਤਾਂ ਨੱਪਣ ਲਈ ਬੁਲਾ ਲੈਂਦੇ ਨੇ, ਆਪਣੀਆਂ ਲੱਤਾਂ 'ਤੇ ਮਾਲਿਸ਼ ਕਰਵਾਉਂਦੇ ਨੇ। ਉਹ ਵੀ ਹਰ ਰੋਜ਼। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਸ ਟਾਈਮ ਤਾਂ ਔਰਤ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਇੱਕ ਦਿਨ ਅਸੀਂ ਸਭ ਖਾਣਾ ਖਾ ਰਹੇ ਸੀ ਤਾਂ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਚਾਟ ਬਣਾਈ ਹਾਂ, ਇਹੋ ਜਿਹੀ ਹਾਲਤ 'ਚ ਤੁਹਾਡਾ ਚਾਟ ਖਾਣ ਨੂੰ ਜੀ ਕਰਦਾ ਹੋ। ਇਹ ਗੱਲ ਸੁਣ ਕੇ ਮੇਰੀ ਜਠਾਣੀ ਦੇ ਗਲ 'ਚ ਬੁਰਕੀ ਅੜ ਗਈ ਤੇ ਸਹੁਰੇ ਨੇ ਵੀ ਹੈਰਾਨ ਹੋ ਕੇ ਵੇਖਿਆ। ਉਹ ਸਾਰਿਆਂ ਦੇ ਸਾਹਮਣੇ ਕਹਿਣ ਲੱਗੀ ਕਿ ਤੈਨੂੰ ਕੀ ਹੋ ਗਿਆ, ਤੈਨੂੰ ਕਿਹਨੇ ਕਿਹਾ ਕਿ ਮੈਂ ਪੇਟ ਤੋਂ ਆ। ਜਦੋਂ ਮੇਰਾ ਪਤੀ ਮੈਨੂੰ ਮਿਲਣ ਹੀ ਨਹੀਂ ਆਇਆ, ਮੇਰਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਕਿਵੇਂ ਮੇਰੀ ਜਠਾਣੀ ਨੇ ਝੂਠ ਬੋਲ ਦਿੱਤਾ, ਜਦੋਂ ਕਿ ਮੈਨੂੰ ਸਾਰਾ ਕੁਝ ਪੂਰੀ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਪੇਟ ਤੋਂ ਹੈ ਤੇ ਉਸਦਾ ਪਤੀ ਨਹੀਂ ਆਇਆ ਤਾਂ ਫਿਰ ਉਹ ਬੱਚਾ ਕਿਹਦਾ। ਮੇਰੇ ਸਹੁਰੇ ਨੇ ਵੀ ਕਿਹਾ ਕਿ ਉਹ ਤੇਰੇ ਨਾਲ ਮਜ਼ਾਕ ਕਰ ਰਹੀ ਹੈ ਤੇ ਤੂੰ ਸੱਚ ਮੰਨ ਲਿਆ। ਧੀਏ, ਹਲੇ ਇਸ ਘਰ 'ਚ ਕੋਈ ਖੁਸ਼ਖਬਰੀ ਨਹੀਂ। ਹੁਣ ਤਾਂ ਤੁਹਾਡੇ ਵੱਲੋਂ ਵੇਖਦੇ ਹਾਂ, ਜਲਦੀ ਹੀ ਕੋਈ ਖੁਸ਼ਖਬਰੀ ਸੁਣਾ ਦਿਓ ਤਾਂ ਕਿ ਇਸ ਘਰ ਵਿੱਚ ਕੋਈ ਰੌਣਕ ਆ ਜਾਵੇ। ਮੇਰੇ ਸਹੁਰੇ ਨੇ ਅਚਾਨਕ ਹੀ ਮੇਰੀ ਜਠਾਣੀ ਨੂੰ ਕਿਹਾ, ਆ ਜਾ, ਮੈਂ ਤੈਨੂੰ ਛੱਡ ਆਉਣਾ ਹੈ। ਮੈਂ ਤਾਂ ਭੁੱਲ ਹੀ ਗਿਆ ਸੀ ਤੇ ਤੂੰ ਵੀ ਮੈਨੂੰ ਯਾਦ ਨਹੀਂ ਕਰਵਾਉਂਦੀ। ਹੁਣ ਇਸ ਦਾ ਪਤੀ ਘਰ ਨਹੀਂ ਹੈ ਤਾਂ ਇਹ ਜ਼ਿੰਮੇਵਾਰੀ ਵੀ ਮੈਨੂੰ ਪੂਰੀ ਕਰਨੀ ਪੈਂਦੀ ਹੈ। ਜਦੋਂ ਇਹ ਕਹਿੰਦੀ ਹੈ ਤੇ ਮੈਂ ਇਹਨੂੰ ਪੇਕੇ ਛੱਡ ਆਉਣਾ ਹੈ। ਮੇਰਾ ਸਹੁਰਾ ਜੀ ਮੈਨੂੰ ਸਫਾਈਆਂ ਦੇਣ ਲੱਗੇ। ਉਹਨਾਂ ਨੇ ਕਿਹਾ ਕਿ ਇਸ ਦੇ ਪਾਪਾ ਨਾਲ ਮੇਰੀ ਵਧੀਆ ਦੋਸਤੀ ਸੀ ਤਾਂ ਉੱਥੇ ਥੋੜ੍ਹੀ ਦੇਰ ਬਹਿ ਜਾਂਦਾ ਹਾਂ, ਵਧੀਆ ਟਾਈਮ ਲੰਘ ਜਾਂਦਾ ਹੈ। ਤੁਸੀਂ ਦੋਨੋਂ ਮੀਆਂ ਬੀਬੀ ਬਹਿ ਕੇ ਖਾਣਾ ਖਾਓ, ਅਸੀਂ ਜਾਂਦੇ ਹਾਂ। ਮੇਰੀ ਜਠਾਣੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਹ ਮੈਨੂੰ ਵੇਖ ਰਹੀ ਸੀ ਜਿਵੇਂ ਮੈਂ ਉਹਦੀ ਜ਼ਿੰਦਗੀ ਬਰਬਾਦ ਕਰਤੀ ਹੋਵੇ। ਮੇਰਾ ਸਹੁਰਾ ਜੀ ਅਚਾਨਕ ਉਹਨੂੰ ਉੱਥੋਂ ਲੈ ਕੇ ਚਲੇ ਗਏ। ਪਹਿਲਾਂ ਤਾਂ ਕੋਈ ਗੱਲ ਨਹੀਂ ਕਰ ਰਹੇ ਸੀ ਕਿ ਅੱਜ ਲੈ ਕੇ ਜਾਣਾ ਹੈ, ਉਹ ਤਾਂ ਚਲੇ ਗਏ। ਮੇਰੇ ਪਤੀ ਨੇ ਕਿਹਾ ਕਿ ਤੈਨੂੰ ਇਹ ਸਭ ਕਿਸ ਨੇ ਕਹਿ ਦਿੱਤਾ, ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਮੈਂ ਕਿਹਾ ਮੈਂ ਵੇਖਿਆ ਸੀ, ਉਹਨਾਂ ਦਾ ਪੇਟ ਇੰਨਾ ਵੱਡਾ ਸੀ। ਮੇਰੇ ਪਤੀ ਹੱਸਣ ਲੱਗੇ। ਉਹਨਾਂ ਦਾ ਪੇਟ ਖਾਣਾ ਖਾਣ ਕਰਕੇ ਵੱਡਾ ਹੈ ਤੇ ਤੂੰ ਸਮਝ ਲਿਆ ਕਿ ਉਹ ਪ੍ਰੈਗਨੈਂਟ ਨੇ। ਮੇਰਾ ਭਾਈ ਤਾਂ 2 ਸਾਲ ਤੋਂ ਵਾਪਸ ਹੀ ਨਹੀਂ ਆਇਆ ਤਾਂ ਬੱਚਾ ਕਿੱਥੋਂ ਹੋਊ। ਮੈਂ ਆਪਣੇ ਪਤੀ ਨੂੰ ਕੁਝ ਨਹੀਂ ਕਿਹਾ ਤੇ ਮੈਂ ਉਹਨਾਂ ਨਾਲ ਬਹਿਸ ਵੀ ਨਹੀਂ ਕੀਤੀ, ਪਰ ਗੱਲ ਪੱਕੀ ਸੀ ਤੇ ਉਹਨਾਂ ਦਾ 7ਵਾਂ ਮਹੀਨਾ ਵੀ ਚੱਲ ਰਿਹਾ ਸੀ। ਪਰ ਉਹ ਇਹ ਗੱਲਾਂ ਕਿਉਂ ਲੁਕੋ ਰਹੇ ਸੀ? ਜੇ ਗੱਲ ਲੁਕੋ ਵੀ ਰਹੀ ਸੀ ਤਾਂ ਕਦੋਂ ਤੱਕ ਲੁਕੀ ਰਹਿੰਦੀ? ਉਹਦੇ ਬੱਚਾ ਪੈਦਾ ਨਹੀਂ ਕਰਨਾ ਸੀ। ਮੇਰੇ ਸਹੁਰਾ ਜੀ ਨੇ ਮੇਰੇ ਜਠਾਣੀ ਨੂੰ ਛੱਡ ਕੇ ਰਾਤ ਨੂੰ ਘਰ ਵਾਪਸ ਆ ਗਏ। ਮੈਂ ਜਠਾਣੀ ਨੂੰ ਦੇਖ ਕੇ ਫਿਰ ਹੈਰਾਨ ਹੋ ਗਈ। ਉਹਨਾਂ ਦੇ ਚਿਹਰੇ 'ਤੇ ਇੱਕ ਬਹੁਤ ਵੱਡਾ ਨਿਸ਼ਾਨ ਸੀ, ਜਿਵੇਂ ਕੋਈ ਜ਼ਖਮ ਹੋਵੇ। ਮੈਂ ਅੱਗੇ ਵਧੀ ਤੇ ਕਿਹਾ ਕਿ ਇਹ ਸਭ ਕਿਵੇਂ ਹੋ ਗਿਆ? ਤਾਂ ਉਹ ਕਹਿਣ ਲੱਗੀ, ਘਰ ਵਾਪਸ ਆਉਂਦੀ ਡਿੱਗ ਪਈ ਤੇ ਮੇਰਾ ਮੂੰਹ ਜ਼ਮੀਨ 'ਤੇ ਲੱਗ ਗਿਆ। ਮੇਰੀ ਜਠਾਣੀ ਦੀਆਂ ਅੱਖਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਜਿਵੇਂ ਉਹ ਝੂਠ ਬੋਲ ਰਹੀ ਹੈ। ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਰੋਟੀ ਵੀ ਨਹੀਂ ਖਾਧੀ। ਜੇ ਉਹ ਡਿੱਗ ਪਈ ਸੀ ਤੇ ਉਹਦੇ ਚਿਹਰਾ ਜ਼ਮੀਨ 'ਤੇ ਲੱਗ ਗਿਆ ਤਾਂ ਫਿਰ ਉਹਦੇ ਬੱਚੇ ਨੂੰ ਵੀ ਕੋਈ ਨੁਕਸਾਨ ਪਹੁੰਚਾ ਸਕਦਾ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਐਵੇਂ ਲੱਗਦਾ ਸੀ ਜਿਵੇਂ ਉਹਦੇ ਕਿਸੇ ਨੇ ਧੱਕਾ ਕੀਤਾ ਹੋਵੇ। ਅੱਜ ਰਾਤ ਜਦੋਂ ਉਹ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਆ ਰਹੇ ਸੀ। ਉਹਨੇ ਕਮਰੇ 'ਚ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਇਸ ਵਿਚਾਰੀ ਨਾਲ ਇੱਥੇ ਤਾਂ ਕੋਈ ਜ਼ੁਲਮ ਨਹੀਂ ਹੋ ਰਿਹਾ ਸੀ ਕਿਤੇ। ਇੱਕ ਦਿਨ ਮੈਨੂੰ ਬਹੁਤ ਗੁੱਸਾ ਆ ਗਿਆ। ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਇੰਨਾ ਵੱਡਾ ਝੂਠ ਕਿਉਂ ਬੋਲ ਰਹੀ ਹੈ, ਉਹ ਵੀ ਸਾਰਿਆਂ ਦੇ ਸਾਹਮਣੇ। ਮੈਂ ਅੰਨੀ ਨਹੀਂ ਹਾਂ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਤੂੰ ਮਾਂ ਬਣਨ ਵਾਲੀ ਹੈ। ਤੁਸੀਂ ਕੋਈ ਨਕਲੀ ਪੇਟ ਨਹੀਂ ਲਗਾ ਰੱਖਿਆ ਤੇ ਤੂੰ ਇੰਨਾ ਖਾਂਦੀ ਵੀ ਨਹੀਂ। ਤੇਰੀ ਕੁੱਖ 'ਚ ਕਿਹਦਾ ਬੱਚਾ ਹੈ? ਤੇਰਾ ਪਤੀ ਤਾਂ ਆਇਆ ਹੀ ਨਹੀਂ, ਫਿਰ ਇਹ ਬੱਚਾ ਕਿਹਦਾ? ਮੇਰੀ ਜਠਾਣੀ ਨੇ ਮੇਰੀ ਗੱਲ ਸੁਣ ਲਈ ਪਰ ਜਵਾਬ ਨਹੀਂ ਦੇ ਰਹੀ ਸੀ। ਕਿਉਂ ਨਹੀਂ ਆਉਂਦੀ ਕਮਰੇ 'ਚੋਂ ਬਾਹਰ? ਤੇਲ ਲਾਤਾ, ਫਿਰ ਵਾਪਸ ਆ ਜਾਓ।
ਉੱਥੇ ਸੌਣ ਦੀ ਕੀ ਜ਼ਰੂਰਤ ਹੈ? ਤੇ ਇੰਨਾ ਕਿਹੜਾ ਉਹਨਾਂ ਦੀਆਂ ਲੱਤਾਂ 'ਚ ਦਰਦ ਰਹਿੰਦਾ ਹੈ ਜਿਹੜਾ ਤੂੰ ਰੋਜ਼ ਉਹਨਾਂ ਦੀਆਂ ਲੱਤਾਂ ਤੇ ਮਾਲਿਸ਼ ਕਰਨ ਚਲੀ ਜਾਂਦੀ ਹੈ? ਉਹ ਕਿਹੜਾ ਕੋਈ ਇੰਨਾ ਕੰਮ ਕਰਦੇ ਹੈ? ਜੇਕਰ ਤੁਸੀਂ ਦੋਨੋਂ ਕੋਈ ਮਿਲ ਕੇ ਚੱਕਰ ਚਲਾ ਰਹੇ ਹੋ ਤੇ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਬਦਨਾਮ ਕਰ ਦਊਂਗੀ, ਛੱਡੂੰਗੀ ਨਹੀਂ ਤੁਹਾਨੂੰ। ਮੈਨੂੰ ਪਤਾ ਹੈ ਕਿ ਇੱਕ ਔਰਤ ਮਰਦ ਤੋਂ ਬਗੈਰ ਨਹੀਂ ਰਹਿ ਸਕਦੀ। ਤੇਰਾ ਪਤੀ 2 ਸਾਲ ਤੋਂ ਬਾਹਰ ਆ, ਇਹਦਾ ਮਤਲਬ ਇਹ ਨਹੀਂ ਕਿ ਤੂੰ ਆਪਣੀ ਇੱਜ਼ਤ ਦਾ ਸੌਦਾ ਕਰ ਲਏ। ਇਸ ਬੱਚੇ ਦਾ ਕੀ ਕਸੂਰ? ਜੇ ਇਹ ਇਸ ਦੁਨੀਆ 'ਚ ਆਊਗਾ ਤਾਂ ਪਾਪਾ ਕਿਸ ਨੂੰ ਕਹੂ? ਇਸ ਬੱਚੇ ਨੂੰ ਇਸ ਦੁਨੀਆ 'ਚ ਲੈ ਕੇ ਤਾਂ ਆਏਂਗੀ, ਕਦੋਂ ਤੱਕ ਲੁਕੋਏਂਗੀ? ਕਿਉਂ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ? ਮੇਰੀ ਜਠਾਣੀ ਨੂੰ ਗੁੱਸਾ ਆ ਗਿਆ। ਤੈਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਸਹੁਰੇ ਦੇ ਕਮਰੇ 'ਚ ਜਾਂਦੀ ਆ ਤੇ ਇਹ ਬੱਚਾ ਮੇਰੇ ਪਤੀ ਦਾ ਨਹੀਂ ਹੈ? ਤਾਂ ਅੱਜ ਮੇਰੀ ਥਾਂ ਤੇ ਤੂੰ ਚਲੀ ਜਾਈਂ, ਉਹਨਾਂ ਦੇ ਤੇਲ ਦੀ ਮਾਲਿਸ਼ ਕਰਨੀ ਹੈ, ਫਿਰ ਦੇਖ ਲਈ ਕਿ ਉੱਥੇ ਕੀ ਹੁੰਦਾ ਹੈ। ਮੈਂ ਕਿਹਾ ਠੀਕ ਹੈ, ਮੈਂ ਚਲੀ ਜਾਊਂਗੀ, ਦੇਖਦੀ ਹਾਂ ਕੀ ਹੁੰਦਾ ਹੈ। ਉਹਨੇ ਕਿਹਾ ਕਿ ਸਹੁਰੇ ਨੇ ਪਹਿਲਾਂ ਹੀ ਕਮਰੇ ਦਾ ਬਲਬ ਬੰਦ ਕੀਤਾ ਹੁੰਦਾ ਹੈ ਤੇ ਉਹ ਤੈਨੂੰ ਇੰਨਾ ਹੀ ਕਹਿਣਗੇ ਕਿ ਤੇਲ ਲਗਾ ਦੇ, ਤੂੰ ਆਰਾਮ ਨਾਲ ਲਾ ਦੇਵੀਂ। ਮੈਂ ਕਿਹਾ ਠੀਕ ਹੈ, ਮੈਂ ਜਾਊਂਗੀ, ਮੈਂ ਵੀ ਵੇਖਦੀ ਹਾਂ ਕਿ ਅੰਦਰ ਕੀ ਹੁੰਦਾ ਹੈ। ਮੈਨੂੰ ਪਤਾ ਸੀ ਕਿ ਔਰਤ ਦੀ ਗਲਤੀ ਨਹੀਂ ਹੁੰਦੀ, ਔਰਤ ਜਿੱਤ ਕੇ ਵੀ ਹਾਰ ਜਾਂਦੀ ਹੈ, ਪਰ ਇੱਥੇ ਮੈਨੂੰ ਗਲਤੀ ਮੇਰੀ ਜਠਾਣੀ ਦੀ ਹੀ ਲੱਗ ਰਹੀ ਸੀ। ਜੇ ਕੁਝ ਗਲਤ ਹੋ ਰਿਹਾ ਸੀ ਤਾਂ ਉਹ ਕੁਝ ਵੀ ਕਿਸੇ ਨੂੰ ਦੱਸ ਕਿਉਂ ਨਹੀਂ ਰਹੀ ਸੀ? ਜੇ ਮੇਰੇ ਸਹੁਰਾ ਉਹਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਤਾਂ ਉਹ ਕਿਉਂ ਬਰਦਾਸ਼ਤ ਕਰ ਰਹੀ ਸੀ? ਜੇ ਉਹ ਆਪਣੇ ਪਤੀ ਨਾਲ ਗੱਲ ਨਹੀਂ ਕਰਦੀ ਸੀ ਤਾਂ ਉਹ ਮੇਰੇ ਪਤੀ ਨੂੰ ਦੱਸ ਦਿੰਦੀ ਕਿ ਹੋਰ ਕਿਸੇ ਨੂੰ ਨਹੀਂ ਤਾਂ ਮੈਨੂੰ ਹੀ ਦੱਸ ਦਿੰਦੀ, ਮੈਂ ਉਹਦੀ ਮਦਦ ਕਰਦੀ। ਜਿਹੜੇ ਹਿਸਾਬ ਨਾਲ ਮੈਂ ਆਵਾਜ਼ਾਂ ਸੁਣੀਆਂ ਸੀ, ਮੈਨੂੰ ਮੇਰੀ ਜਠਾਣੀ ਤੇ ਸ਼ੱਕ ਹੋ ਗਿਆ ਸੀ। ਮੇਰਾ ਪਤੀ ਤਾਂ ਵੈਸੇ ਹੀ ਘਰ ਲੇਟ ਆਉਂਦਾ ਸੀ, ਮੇਰਾ ਸਹੁਰਾ 9 ਵਜੇ ਸੋ ਜਾਂਦਾ ਸੀ। ਇਸ ਲਈ ਮੇਰੀ ਜਠਾਣੀ ਨੇ ਮੈਨੂੰ ਕਿਹਾ ਕਿ ਅੱਜ ਤੂੰ ਚਲੀ ਜਾ। ਮੈਂ ਦੇਖਿਆ ਤਾਂ ਕਮਰੇ ਦੀ ਲਾਈਟ ਪਹਿਲਾਂ ਹੀ ਬੰਦ ਸੀ। ਮੈਂ ਹੱਥ ਤੇ ਤੇਲ ਦੀ ਕੋਲੀ ਫੜੀ ਹੋਈ ਸੀ ਤੇ ਅੰਦਰ ਚਲੀ ਗਈ। ਮੇਰੀ ਜਠਾਣੀ ਨੇ ਕਿਹਾ ਸੀ ਅੰਦਰ ਜਾਂਦੇ ਹੀ ਦਰਵਾਜ਼ਾ ਬੰਦ ਕਰ ਲਈ ਤੇ ਜੇ ਕੋਈ ਗੱਲ ਪੁੱਛੀ ਤਾਂ ਅੱਗੋਂ ਤੋਂ ਹਾਂ ਵਿੱਚ ਜਵਾਬ ਦੇਣਾ। ਨਹੀਂ, ਡਰਨ ਦੀ ਕੀ ਲੋੜ ਸੀ? ਇਹ ਮੇਰਾ ਸਹੁਰਾ ਸੀ, ਜੇ ਪਤਾ ਲੱਗ ਵੀ ਜਾਂਦਾ ਤਾਂ ਮੈਂ ਬਾਹਰ ਆ ਜਾਂਦੀ। ਮੇਰੀ ਜਠਾਣੀ ਬਾਹਰ ਹੀ ਖੜੀ ਸੀ। ਸਹੁਰੇ ਨੇ ਅੰਦਰ ਜਾਂਦੇ ਹੀ ਅਜਿਹੀ ਗੱਲ ਕਹੀ ਕਿ ਮੈਂ ਆਪਣੇ ਕੰਨਾਂ ਤੇ ਹੱਥ ਲਾ ਲਿਆ। ਉਹ ਕਹਿਣ ਲੱਗਿਆ, ਮੇਰੀ ਜਾਨ, ਅੱਜ ਇੰਨਾ ਟਾਈਮ ਕਿਉਂ ਲਾ ਦਿੱਤਾ? ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਈ। ਬੈਠ ਜਾ ਮੇਰੇ ਕੋਲ, ਖੜੀ ਕਿਉਂ ਹੈ? ਕੀ ਹੋ ਗਿਆ ਨਾਇਰਾ ਜਾਨ? ਉਹ ਐਵੇਂ ਬੋਲ ਰਹੇ ਸੀ ਜਿਵੇਂ ਕੋਈ ਆਪਣੀ ਪਤਨੀ ਨਾਲ ਗੱਲ ਕਰਦਾ ਹੈ। ਮੈਨੂੰ ਤਾਂ ਉੱਥੇ 2 ਮਿੰਟ ਹੀ ਹੋਏ ਸੀ ਕਿ ਮੈਂ ਜਲਦੀ ਨਾਲ ਬਾਹਰ ਆ ਗਈ ਤੇ ਆਪਣੀ ਜਠਾਣੀ ਨੂੰ ਹੈਰਾਨ ਹੋ ਕੇ ਵੇਖਿਆ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਉਹ ਮੈਨੂੰ ਇੱਕ ਫੋਟੋ ਦਿਖਾਈ। ਉਹ ਮੇਰੇ ਸਹੁਰੇ ਨਾਲ ਦੁਲਹਨ ਬਣੀ ਬੈਠੀ ਸੀ। ਉਹਨੇ ਕਿਹਾ, ਇਹ ਮੇਰਾ ਸਹੁਰਾ ਨਹੀਂ, ਇਹ ਮੇਰਾ ਪਤੀ ਹੈ, ਮੇਰਾ ਇਹਦੇ ਨਾਲ ਵਿਆਹ ਹੋਇਆ ਹੈ। ਤੂੰ ਜੋ ਆਵਾਜ਼ ਸੁਣੀ ਸੀ, ਇੰਨੀ ਵਜ੍ਹਾ ਸੀ। ਅਜਿਹੀ ਹਾਲਤ ਵਿੱਚ ਲੱਤਾਂ ਨੱਪ ਕੇ ਥੱਕ ਜਾਂਦੀ ਸੀ, ਇਸ ਕਰਕੇ ਮੂੰਹ 'ਚੋਂ ਇਹ ਜਿਹੀਆਂ ਆਵਾਜ਼ਾਂ ਆਉਂਦੀਆਂ ਸੀ। ਇਹ ਇਨਸਾਨ ਵਧੀਆ ਨਹੀਂ ਹੈ, ਮੇਰੇ ਤੇ ਜ਼ੁਲਮ ਕਰਦਾ ਹੈ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ। ਇਹ ਮੇਰਾ ਪਤੀ ਹੈ ਤੇ ਬੱਚਾ ਵੀ ਇਹਦਾ ਹੀ ਹੈ। ਜਦੋਂ ਬੱਚੇ ਦੇ ਦਿਨ ਆਉਣਗੇ ਤਾਂ ਇਹ ਮੈਨੂੰ ਆਪਣੇ ਪਿੰਡ ਭੇਜ ਦੂ ਤੇ ਫਿਰ ਕੁਛ ਨਾ ਕੁਛ ਕਹਿ ਦੋ ਕਿ ਇਹ ਬੱਚਾ ਮੈਂ ਗੋਦ ਲਿਆ। ਤੇਰੇ ਪਤੀ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਇਹ ਗੱਲ ਤੈਨੂੰ ਪਤਾ ਨਾ ਲੱਗੇ। ਇਹਨਾਂ ਨੂੰ ਡਰ ਸੀ ਜੇਕਰ ਇਹਨੂੰ ਪਤਾ ਲੱਗ ਗਿਆ ਤਾਂ ਬਦਨਾਮੀ ਹੋ ਸਾਡੇ ਖਾਨਦਾਨ ਦੀ। ਜਿਹੜੀ ਔਰਤ ਇਸ ਘਰ ਵਿੱਚ ਆਈ ਸੀ ਉਹ ਮੇਰੇ ਘਰ ਵਾਲੇ ਦੀ ਭੈਣ ਸੀ। ਜਦੋਂ ਤੂੰ ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਤੁਸੀਂ ਪੇਟ ਤੋਂ ਹੋ ਤਾਂ ਮੇਰੇ ਪਤੀ ਨੇ ਮੇਰੇ ਤੇ ਗੁੱਸਾ ਕੀਤਾ ਤੇ ਮੇਰੇ ਤੇ ਹੱਥ ਵੀ ਉਠਾਇਆ, ਤਾਂ ਹੀ ਮੇਰੇ ਚਿਹਰੇ ਤੇ ਜ਼ਖਮ ਹੋਇਆ ਸੀ। ਇਹ ਖਾਨਦਾਨ ਬਹੁਤ ਅਜੀਬ ਹੈ, ਇੱਥੇ ਬਹੁਤ ਸਾਰੇ ਰਾਜ ਨੇ, ਇਸ ਵਿੱਚ ਮੈਂ ਵੀ ਇੱਕ ਰਾਜ ਹਾਂ। ਪਰ ਹੁਣ ਤੂੰ ਆਪਣੇ ਪਤੀ ਨੂੰ ਦੱਸਦੀ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਤੇ ਤੂੰ ਖਾਮੋਸ਼ ਰਹੀ। ਮੇਰਾ ਪਤੀ ਆਪ ਹੀ ਤੁਹਾਨੂੰ ਇਹ ਸਭ ਗੱਲਾਂ ਦੱਸ ਦੂ ਜਦੋਂ ਤੈਨੂੰ ਇੱਥੇ ਕੁਝ ਮਹੀਨੇ ਹੋ ਜਾਣਗੇ। ਪਰ ਉਦੋਂ ਤੱਕ ਤੂੰ ਮੇਰੀ ਜਾਸੂਸੀ ਕਰਨਾ, ਮੇਰੇ ਮਾਮਲੇ 'ਚ ਬੋਲ ਕੇ ਮੇਰੇ ਲਈ ਮਿਸਾਲ ਖੜੀ ਕਰਨਾ ਬੰਦ ਕਰ ਦੇ। ਇਸ ਲਈ ਅੱਜ ਮੈਂ ਤੈਨੂੰ ਆਪਣੀ ਥਾਂ ਤੇ ਕਮਰੇ 'ਚ ਭੇਜਿਆ ਤਾਂ ਕਿ ਤੈਨੂੰ ਯਕੀਨ ਹੋ ਜਾਵੇ। ਮੈਂ ਆਪਣੀ ਜਠਾਣੀ ਤੋਂ ਮਾफ़ੀ ਮੰਗੀ ਤੇ ਉਹਦੇ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਇਹੋ ਜਿਹੀ ਕੋਈ ਗੱਲ ਨਹੀਂ ਕਰੂੰਗੀ ਕਿਉਂਕਿ ਮੇਰੇ ਕਰਕੇ ਉਹਦੀ ਜ਼ਿੰਦਗੀ ਤੇ ਬੁਰਾ ਅਸਰ ਪੈ ਰਿਹਾ ਸੀ। ਉਸ ਤੋਂ ਬਾਅਦ ਇਹ ਗੱਲ ਮੈਂ ਆਪਣੇ ਪਤੀ ਨੂੰ ਦੱਸ ਦਿੱਤੀ। ਉਹ ਵੀ ਬਹੁਤ ਸ਼ਰਮਿੰਦਾ ਹੋਇਆ। ਉਹਨੇ ਕਿਹਾ ਕਿ ਪਹਿਲਾਂ ਹੀ ਤੂੰ ਸਾਰਾ ਕੁਝ ਛੱਡ ਕੇ ਇੱਥੇ ਆਈ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਸੋਚੇ ਕਿ ਮੈਂ ਕਿਹੜੇ ਲੋਕਾਂ ਵਿੱਚ ਆ ਗਈ।
ਮੇਰੇ ਪਿਤਾ ਨੇ ਇਸ ਕੁੜੀ ਨਾਲ ਪਿਆਰ ਨਾਲ ਵਿਆਹ ਕੀਤਾ ਹੈ, ਇਸ ਕਰਕੇ ਸਾਡੇ ਪਿਆਰ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਤੂੰ ਇਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇ ਤੇ ਮੇਰੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ। ਮੈਂ ਅਜਿਹਾ ਹੀ ਕੀਤਾ। ਸਹੁਰੇ ਘਰ ਕੁੜੀ ਪੈਦਾ ਹੋਈ ਤਾਂ ਉਹਨਾਂ ਦੇ ਅੰਦਰ ਸ਼ਰਮ ਆਈ, ਕਿਉਂਕਿ ਪਹਿਲਾਂ ਉਹਨਾਂ ਦੇ ਕੋਈ ਕੁੜੀ ਨਹੀਂ ਸੀ। ਹੁਣ ਉਹ ਵਧੀਆ ਤਰੀਕੇ ਨਾਲ ਰਹਿੰਦੇ ਨੇ ਤੇ ਆਪਣੀ ਪਤਨੀ ਦਾ ਖਿਆਲ ਵੀ ਰੱਖਦੇ ਨੇ। ਅਸੀਂ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਉਹ ਲੋਕ ਆਪਣੀ ਜ਼ਿੰਦਗੀ 'ਚ ਵਿਅਸਤ ਰਹਿੰਦੇ ਸੀ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ। ਇੱਥੋਂ ਤੱਕ ਕਿ ਅਸੀਂ ਚੁੱਲ੍ਹਾ ਚੌਕਾ ਵੀ ਅੱਡ ਕਰ ਲਿਆ ਸੀ ਤੇ ਸਾਡਾ ਉਹਨਾਂ ਨਾਲ ਹੁਣ ਬੋਲਚਾਲ ਬਿਲਕੁਲ ਬੰਦ ਹੋ ਗਿਆ ਸੀ। ਮੇਰੇ ਪਤੀ ਬਹੁਤ ਅੱਛੇ ਇਨਸਾਨ ਸੀ, ਮੈਨੂੰ ਬਹੁਤ ਪਿਆਰ ਕਰਦੇ ਸੀ, ਮੇਰੇ ਲਈ ਬਹੁਤ ਮਿਹਨਤ ਕਰਦੇ ਸੀ, ਕਿਉਂਕਿ ਉਹ ਮੈਨੂੰ ਖੁਸ਼ ਰੱਖ ਸਕਣ ਤੇ ਮੇਰੇ ਲਈ ਇੰਨਾ ਹੀ ਬਹੁਤ ਸੀ। ਧੰਨਵਾਦ ਜੀ।